किताब विपरन की रीत तो सच दा मार्ग। पहले कांड का तीजा भाग। प्रगटियो खालसा परमात्म की मौज। लेखक गुरबख्श सिंह काला अफगाना। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। प्रगटियो खालसा परमात्म की मौज। गुरमत अनुसार जन्म होना ਅਤੇ ਪ੍ਰਗਟ ਹੋਣ ਦੇ ਅਰਥਾਂ ਵਿੱਚ ਫਰਕ। ਨੰਬਰ 1, ਜਨਮ ਹੋਣ ਦਾ ਅਰਥ ਮਾਤਾ ਦੇ ਗਰਭ ਤੋਂ ਪੈਦਾ ਹੋਣਾ ਹੈ। ਗਰਭ ਤੋਂ ਰਹਿਤ ਕੇਵਲ ਅਕਾਲ ਪੁਰਖ ਹੀ ਹੈ। ਨਾਨਕ ਭੰਡੇ ਬਹਾਰਾ ਏਕੋ ਸੱਚਾ ਸੋਏ। ਪੰਨਾ 473। ਪਰ ਪ੍ਰਗਟ ਹੋਣ ਦਾ ਅਰਥ ਹੈ ਜਾਣਿਆ ਜਾਣਾ, ਪ੍ਰਸਿੱਧ ਹੋਣਾ, ਮਸ਼ਹੂਰ ਹੋਣਾ ਤਥਾ ਮੁਸ਼ਕਣਾ ਹੈ। ਨੰਬਰ 2, ਸ਼ਬਦ ਗਿਆਨ, ਵਿਦਿਆ, ਸਿਧਾਂਤ, ਮਰਿਆਦਾ, ਗੁਣ ਜਾਂ ਔਗਣ ਸਰੀਰ ਤੋਂ ਬਿਨਾਂ ਨਾ ਸੰਸਾਰ ਵਿੱਚ ਆ ਸਕਦਾ ਹੈ ਅਤੇ ਨਾ ਕਿਸੇ ਸਰੀਰ ਆਕਾਰ ਤੋਂ ਬਿਨਾਂ ਸੰਸਾਰ ਵਿੱਚ ਟਿਕ ਹੀ ਸਕਦਾ ਹੈ। ਸੋ ਸਿਧਾਂਤ ਜਾਂ ਗਿਆਨ ਮਨੁੱਖ ਦੇ ਸਰੀਰ ਤੋਂ ਬਿਨਾਂ ਨਾ ਜਨਮ ਲੈ ਸਕਦਾ ਹੈ ਅਤੇ ਨਾ ਹੀ ਕਿਸੇ ਸਰੀਰ ਆਕਾਰ ਤੋਂ ਬਿਨਾਂ ਪ੍ਰਗਟ ਹੀ ਹੋ ਸਕਦਾ ਹੈ। ਜਨਮ ਲੈਣਾ ਅਤੇ ਪ੍ਰਗਟ ਹੋਣਾ ਇੱਕੋ ਗੱਲ ਨਹੀਂ ਹੈ। ਬੇਅੰਤ ਮਨੁੱਖਾਂ ਦੀ ਭੀੜ ਵਿੱਚੋਂ ਉਚੇਚੇ ਗੁਣਾਂ ਨਾਲ ਜਾਂ ਕਿਸੇ ਉਚੇਚੇ ਔਗਣ ਦੇ ਕਾਰਨ ਜਾਣਿਆ ਜਾਣ ਨੂੰ ਗੁਰਮਤਿ ਨੇ ਪ੍ਰਗਟ ਹੋਣਾ ਮੰਨਿਆ ਹੈ। ਇਸ ਦਲੀਲ ਨੂੰ ਦਾਸ ਗੁਰਬਾਣੀ ਸ਼ਬਦਾਂ ਦੁਆਰਾ ਸਪਸ਼ਟ ਕਰਦਾ ਹੈ। ਪ੍ਰਗਟਿਓ ਸੋ ਜਨ ਸਗਲੇ ਭਵਨ। ਪੰਨਾ 393। ਪ੍ਰਗਟ ਭਇਓ ਜਨ ਕਾ ਪ੍ਰਤਾਪ। ਪੰਨਾ 396। ਪ੍ਰਗਟ ਭਏ ਆਪੇ ਗੋਬਿੰਦ ਨਾਨਕ ਸੰਤ ਮਤਾਂਤ। ਪੰਨਾ 254। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ। ਪੰਨਾ 270। ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਪੰਨਾ 375। ਪ੍ਰਗਟਿਆ ਸੂਰ ਜੋਤ ਉਜਿਆਰਾ। ਪੰਨਾ 375। ਪ੍ਰਗਟ ਸ਼ਬਦ ਹੈ ਸੁਖ ਦਾਤਾ ਆਨ ਦਿਨ ਨਾਮ ਧਿਆਵਣਿਆ। ਪੰਨਾ 737। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ। ਪੰਨਾ 126। ਪ੍ਰਗਟ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ। ਪੰਨਾ 295। ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ। ਪੰਨਾ 1224। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਪੰਨਾ 611। ਅਤੇ ਅਜਿਹੇ ਹੋਰ ਵੀ ਕਈ ਗੁਰੂ ਫਰਮਾਨ ਹਨ। ਗੁਰਬਾਣੀ ਵਿੱਚ ਪ੍ਰਗਟ ਹੋਣ ਨੂੰ ਜਨਮਿਆ ਕਿਸੇ ਥਾਂ ਵੀ ਨਹੀਂ ਕਿਹਾ ਗਿਆ। ਭਾਈ ਗੁਰਦਾਸ ਜੀ ਜਨਮ ਹੋਣ ਅਤੇ ਪ੍ਰਗਟ ਹੋਣ ਵਾਲੇ ਇਹੀ ਗੁਰਮਤਿ ਅਰਥ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਵੀ ਸਪਸ਼ਟ ਹਨ। ਪਹਿਲੀ ਵਾਰ ਦੀ ਹੀ 23ਵੀਂ ਪੌੜੀ ਵਿੱਚ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਤੀ ਤੇ ਆਗਮਨ ਦੇ ਕਾਰਨ ਦਾ ਜ਼ਿਕਰ ਇਹਨਾਂ ਸ਼ਬਦਾਂ ਵਿੱਚ ਕੀਤਾ ਹੈ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਜਾਂ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਬਾਬਾ ਆਇਆ ਤੀਰਥੈ ਤੀਰਥ ਪੁਰਬ ਸਭੇ ਫਿਰ ਦੇਖੈ। ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤ ਬਿਨ ਕਿਤੇ ਨਾ ਲੇਖੈ। ਭਾਉ ਨ ਬ੍ਰਹਮੇ ਲਿਖਿਆ ਚਾਰ ਵੇਦ ਸਿਮਰਤ ਪੜ ਪੇਖੈ। ਢੂੰਡੀ ਸਗਲੀ ਪ੍ਰਿਥਵੀ ਸਤਜੁਗ ਆਦ ਦੁਆਪਰ ਤ੍ਰੇਤੈ। ਤੀਰਥਾਂ ਤੇ ਰਟਨ ਕਰਕੇ ਲੋਕਾਂ ਨੂੰ ਭਾਉ ਭਗਤ ਤੋਂ ਸਖਣੇ ਭਰਮਾਂ ਵਿੱਚ ਪਿਆ ਸਤਿਗੁਰਾਂ ਅੱਖੀਂ ਵੇਖ ਲਿਆ ਅਤੇ ਫਿਰ ਜਤੀ ਸਤੀ ਚਿਰ ਜੀਵਣੇ ਸਾਧਕ ਸਿੱਧ ਨਾਥ ਗੁਰ ਚੇਲੇ। ਦੇਵੀ ਦੇਵ ਰਖੀਸੁਰਾਂ ਭੈਰੋਂ ਖੇਤਰ ਪਾਲ ਬਹੁ ਮੇਲੇ। ਹਉਮੈ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ। ਗੁਰਮੁਖ ਕੋਏ ਨਾ ਦਿਸਈ ਢੂੰਡੇ ਤੀਰਥ ਜਾਤਰੀ ਮੇਲੇ। ਡਿਠੇ ਹਿੰਦੂ ਤੁਰਕ ਸਭ ਪੀਰ ਪੈਗੰਬਰ ਕੌਮ ਕਤੇਲੇ। ਅੰਧੀ ਅੰਧ ਖੂਹੇ ਠੇਲੇ। ਭਾਵ ਗੁਰੂ ਜੀ ਨੇ ਸਾਰੇ ਫਿਰ ਫਿਰ ਕੇ ਕੀ ਡਿਠਾ ਕਿ ਆਗੂ ਚੇਲੇ ਸਭ ਹਉਮੈ ਵਿੱਚ ਫਸੇ ਪਏ ਦੁਖੀ ਹਨ। ਪਰਮਾਰਥ ਕਿਤੇ ਨਹੀਂ ਰਿਹਾ।
ਸਭ ਥਾਂ ਧੋਖਾ ਤੇ ਠੱਗੀ ਵਿਹਾਰ ਜਾਂ ਹੰਕਾਰ ਦਾ ਤੋਰਾ ਪਸਰ ਰਿਹਾ ਹੈ। ਕਬੀਰ ਅਵਰਾਂ ਕਉ ਉਪਦੇਸ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਪੰਨਾ 1369। ਹਰ ਪਾਸੇ ਅਗਿਆਨਤਾ ਦੀ ਧੁੰਦ ਪਸਰ ਰਹੀ ਵੇਖੀ ਤਾਂ ਫਿਰ ਇਸ ਧੁੰਦ ਦੇ ਬੱਦਲਾਂ ਨੂੰ ਖੇਰੂ ਖੇਰੂ ਕਰ ਦੇਣ ਵਾਲੇ ਅਪਾਰ ਗਿਆਨ ਰੂਪ ਸੂਰਜ ਨੇ ਆਪਣੀਆਂ ਕਿਰਨਾਂ ਖਿਲਾਰਨੀਆਂ ਆਰੰਭ ਕੀਤੀਆਂ। ਹਨੇਰੇ ਵਿੱਚ ਜਗਮਗਾਉਣ ਵਾਲੇ ਬ੍ਰਹਿਮੰਡ ਵਿਚਲੇ ਤਾਰਿਆਂ ਨੂੰ ਭਾਜੜ ਪੈ ਗਈ। ਸਿਆਣਿਆਂ ਨੂੰ ਇਸ ਤਰ੍ਹਾਂ ਅਨੁਭਵ ਹੋਇਆ ਜਿਵੇਂ ਭਰਮਾਂ ਭੁਲੇਖਿਆਂ ਦਾ ਨਾਸ ਕਰਕੇ ਉੱਚੇ ਆਚਰਨ ਤੇ ਉੱਚੀ ਆਤਮਕ ਅਵਸਥਾ ਵਾਲੇ ਸੰਤ ਸੂਰਮੇ ਬਣਾ ਦੇਣ ਵਾਲੇ ਗੁਣਾਂ ਦੀ ਸ਼ੇਰਵਾਈ ਗਰਜਣਾ ਸੁਣ ਕੇ ਅਗਿਆਨਤਾ ਅਤੇ ਵਿਕਾਰਾਂ ਰੂਪ ਘਣੇ ਹਨੇਰੇ ਜੰਗਲ ਵਿੱਚੋਂ ਕਈ ਪ੍ਰਕਾਰ ਦੇ ਵਿਕਾਰਾਂ ਰੂਪ ਹਿਰਨਾਂ ਦੀਆਂ ਡਾਰਾਂ ਅਧੀਰ ਹੋਈਆਂ ਭੱਜੀਆਂ ਜਾ ਰਹੀਆਂ ਹੋਣ। ਜਿੱਥੇ ਵੀ ਗੁਰੂ ਬਾਬਾ ਜੀ ਚਰਨ ਪਾਉਂਦੇ ਸਨ ਉਹੀ ਅਸਥਾਨ ਪੂਜਣ ਯੋਗ ਬਣ ਗਿਆ ਸੀ। ਚਿਰਾਂ ਤੋਂ ਬਣੇ ਗੋਰਖ ਮਤੇ ਹੁਣ ਨਾਨਕ ਮਤੇ ਬਣ ਗਏ। ਘਰਾਂ ਵਿੱਚ ਇਲਾਹੀ ਸਿਫਤ ਸਲਾਹ ਰੂਪੀ ਕੀਰਤਨ ਦੀ ਮਾਨੋ ਵਿਸਾਖੀ ਮਨਾਈ ਜਾਣ ਲੱਗ ਪਈ। ਗੁਰੂ ਬਾਬੇ ਨੇ ਭਾਰਤ, ਬ੍ਰਹਮਾ, ਲੰਕਾ, ਨੇਪਾਲ, ਲੇਹ ਲਦਾਖ, ਤਿੱਬਤ, ਅਫਗਾਨਿਸਤਾਨ, ਈਰਾਨ, ਅਰਬ, ਬਗਦਾਦ, ਰੂਸ, ਚੀਨ ਆਦਿ ਮਾਨੋ ਸਾਰਾ ਸੰਸਾਰ ਤਾਰ ਦਿੱਤਾ। 26 ਤੋਂ ਅੱਗੇ 27ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਪ੍ਰਗਟ ਪਹਾਰੇ ਦਾ ਵਰਣਨ ਇਹਨਾਂ ਸ਼ਬਦਾਂ ਵਿੱਚ ਕਰਦੇ ਹਨ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਵਾ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਵਾ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਵਾ, ਘਰ ਘਰ ਅੰਦਰ ਧਰਮਸ਼ਾਲ, ਹੋਵੇ ਕੀਰਤਨ ਸਦਾ ਵਿਸੋਵਾ, ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਵਾ, ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ। ਅਵਤਾਰ ਧਾਰਨ ਨੂੰ ਅਥਵਾ ਜਨਮ ਲੈਣ ਨੂੰ ਭਾਈ ਸਾਹਿਬ ਨੇ ਵੀ ਪ੍ਰਗਟ ਹੋਣਾ ਨਹੀਂ ਕਿਹਾ। ਉੱਥੇ ਲਫ਼ਜ਼ ਪਠਾਇਆ ਹੈ, ਪਰ ਉਦਾਸੀਆਂ ਤੇ ਚੜੇ ਕਣਕੋਰ ਬੱਦਲਾਂ ਵਾਂਗ ਨਿਆਰੇ ਗਿਆਨ ਦੀ ਬਰਖਾ ਕਰਕੇ ਅਗਿਆਨਤਾ ਦੀ ਧੁੰਦ ਮਿਟਾਉਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਗਟ ਹੋਣਾ ਮੰਨਿਆ ਹੈ। ਸਤਿਗੁਰਾਂ ਦੀ ਬਾਣੀ ਦੇ ਆਸ਼ੇ ਨੂੰ ਭਾਈ ਸਾਹਿਬ ਨੇ ਸਪਸ਼ਟ ਕੀਤਾ ਹੈ। ਸਾਰਾ ਪੰਥ ਰਲ ਕੇ ਵੀ ਗੁਰਮਤਿ ਦੇ ਇਸ ਆਸ਼ੇ ਨੂੰ ਨਹੀਂ ਸੀ ਬਦਲ ਸਕਦਾ। ਜੇ ਬਦਲਦਾ ਹੈ ਤਾਂ ਆਪਣੇ ਖਾਤਮੇ ਦੇ ਦਿਨਾਂ ਨੂੰ ਨੇੜੇ ਲਈ ਆ ਰਿਹਾ ਹੈ। ਕਾਰਨ ਅਗਲੀਆਂ 17 ਪੜ੍ਹਿਆਂ ਸਮਝ ਵਿੱਚ ਆ ਜਾਵੇਗਾ। ਸਤਿਗੁਰਾਂ ਦੀ ਕਿਰਪਾ 200 ਸਾਲ ਤੋਂ ਵੱਧ ਸਮਾਂ ਨਿਰੰਤਰ ਹੁੰਦੀ ਰਹੀ, ਜਿਸ ਤੋਂ ਖਾਲਸਾ ਅਜਿਹੇ ਸ਼ੁਭ ਉੱਤਮ ਗੁਣਾਂ ਦਾ ਭੰਡਾਰ ਬਣਦਾ ਗਿਆ ਕਿ ਉਸ ਨੇ ਅਕਾਲ ਪੁਰਖ ਨੂੰ ਆਪਣੇ ਤੇ ਰਿਝਾ ਲਿਆ। ਫਿਰ ਪਰਮਾਤਮਾ ਮੌਜ ਵਿੱਚ ਆਇਆ, ਮਿਹਰਾਂ ਕੀਤੀਆਂ ਤਾਂ ਖਾਲਸਾ 1699 ਦੀ ਵਿਸਾਖੀ ਵਾਲੇ ਦਿਨ ਬਿਲਕੁਲ ਨਿਆਰੀ ਉਚੇਚੇ ਕਿਸਮ ਦੀ ਅਤਅੰਤ ਕਰੜੀ ਹੀ ਨਹੀਂ, ਸਗੋਂ ਮਨੁੱਖ ਨੂੰ ਭੈ ਭੀਤ ਕਰ ਦੇਣ ਵਾਲੀ ਪ੍ਰੀਖਿਆ ਵਿੱਚੋਂ ਪਾਸ ਹੋ ਕੇ ਸੰਸਾਰ ਵਿੱਚ ਪ੍ਰਗਟ ਹੋਇਆ। ਅਸਫਲ ਹੋ ਕੇ ਠੇਡੇ ਖਾਰੇ ਨੂੰ ਕੋਈ ਨਹੀਂ ਜਾਣਦਾ। ਸਦਾ ਉਹੀ ਵਿਦਿਆਰਥੀ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ ਜਿਹੜਾ ਉਚੇਚੇ ਨੰਬਰ ਲੈ ਕੇ ਉੱਤਮ ਘੋਸ਼ਿਤ ਕੀਤਾ ਜਾਂਦਾ ਹੈ। ਸਫਲ ਹੋਏ ਅਥਵਾ ਪਾਸ ਹੋਏ ਨੂੰ ਜਨਮਿਆ ਸਵਾਏ ਸਿੱਖਾਂ ਦੇ ਹੋਰ ਕਦੇ ਕਿਸੇ ਨਹੀਂ ਕਿਹਾ। ਉਪਰੋਕਤ ਸ਼ਬਦ ਵਿਚਾਰ ਦੇ ਆਧਾਰ ਤੇ ਪ੍ਰਗਟ ਹੋਣ ਨੂੰ ਜਨਮ ਹੋਣਾ ਕਹਿਣਾ ਗੁਰਮਤਿ ਦੀ ਖੰਡਨਾ ਹੈ, ਅਥਾ ਅਭਾਗੀ ਹੋੜ ਮਤ ਹੈ। ਦਸ਼ਮੇਸ਼ ਜੀ ਦੇ ਪੰਜ ਭੂਤਕ ਸਰੀਰ ਵਿੱਚ ਵਿਚਰਦੇ ਸਮੇਂ ਕਦੇ ਵੀ ਖਾਲਸੇ ਦਾ ਜਨਮ ਦਿਨ ਨਹੀਂ ਸੀ ਮਨਾਇਆ ਗਿਆ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਫੁਰਮਾਨ ਦੇ ਅਰਥ ਬਦਲ ਕੇ ਇਸ ਨੂੰ ਖਾਲਸੇ ਦਾ ਜਨਮ ਦਿਨ ਕਿਹੜੇ ਸਾਲ ਤੋਂ ਮਨਾਇਆ ਜਾਣਾ ਆਰੰਭ ਹੋਇਆ ਸੀ, ਇਸ ਦਾ ਠੀਕ ਅਤੇ ਭਰੋਸੇਯੋਗ ਪਤਾ ਕਿੱਥੋਂ ਮਿਲੇ? ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪਾਵਨ ਸਰੂਪ ਹੈ, ਜਿਸ ਵਿੱਚ ਸਿੱਖੀ ਦਾ ਵੈਰੀ ਕੋਈ ਰਲਾ ਨਹੀਂ ਪਾ ਸਕਿਆ। ਹੋਰ ਬਥੇਰੇ ਹੱਥ ਪੈਰ ਮਾਰੇ ਹਨ, ਪਰ ਭਰੋਸੇਯੋਗ ਪੁਸਤਕ ਦਾਸ ਨੂੰ ਕਿਤੋਂ ਨਹੀਂ ਮਿਲ ਸਕੀ ਜਿਸ ਤੋਂ ਇਸ ਬਾਰੇ ਠੀਕ ਟੋਹ ਮਿਲ ਸਕੇ। ਜਨਮ ਦਿਨ ਤੇ ਖੁਸ਼ੀਆਂ ਮਨਾਉਣ ਦੇ ਸਮੇਂ ਸੋਲੇ ਤਾਂ ਉਸ ਪੁਰਾਤਨ ਸੰਤ ਸੂਰਮੇ ਖਾਲਸਾ ਜੀ ਦੇ ਗਾਏ ਜਾ ਰਹੇ ਹੁੰਦੇ ਹਨ, ਜਿਸ ਦੀ ਬਰਕਤ ਨਾਲ ਪੰਥ ਦਾ ਤੇਜ ਪ੍ਰਤਾਪ ਸਿਖਰਾਂ ਤੇ ਜਾ ਪੁੱਜਾ ਸੀ। ਉਸ ਤੋਂ ਕੋਈ ਸਿੱਖਿਆ ਲੈਣ ਦੀ ਲੋੜ ਮੁਕਾ ਕੇ
ਆਪਣੀ ਛਾਤੀ ਹੰਕਾਰ ਨਾਲ ਫੈਲਾਉਣੀ ਸਿਆਣਪ ਦੀ ਨਿਸ਼ਾਨੀ ਨਹੀਂ ਹੈ। ਅਜਿਹਾ ਕਰਕੇ ਫਾਰਸੀ ਦੀ ਕਹਾਵਤ ਬਿਦਰਮ ਸੁਲਤਾਨ ਬੂਦ ਨੂੰ ਆਪਣੇ ਤੇ ਘਟਾ ਕੇ ਖਾਲਸਾ ਪੰਥ ਚਾਤਰ ਦੁਸ਼ਮਣਾਂ ਦੀਆਂ ਨਜ਼ਰਾਂ ਵਿੱਚ ਹੌਲੇ ਤੋਂ ਹੌਲਾ ਹੋ ਰਿਹਾ ਹੁੰਦਾ ਹੈ। ਅਜਿਹੇ ਸਮੇਂ ਤੇ ਖੁਸ਼ੀਆਂ ਨਾਲ ਭੰਗੜੇ ਪਾਉਣ ਦੀ ਥਾਂ ਖਾਲਸਾ ਲਈ ਜ਼ਰੂਰੀ ਬਣਦਾ ਹੈ ਕਿ ਆਪਣੇ ਅੰਦਰ ਝਾਤੀ ਮਾਰ ਕੇ ਆਵੜੀਆਂ ਕਮਜ਼ੋਰੀਆਂ ਨੂੰ ਧੋ ਕੇ ਬਾਹਰ ਕੱਢਣ ਦਾ ਉਦਮ ਫੜੇ। ਪੁਰਾਤਨ ਸਿੰਘਾਂ ਵਰਗਾ ਸੰਤ ਸੂਰਮਾ ਖਾਲਸਾ ਬਣਨ ਲਈ ਆਪਣੇ ਅਨੂਪਮ ਸਤਿਗੁਰਾਂ ਦੇ ਹੁਕਮ ਅਨੁਸਾਰ ਚੱਲ ਕੇ ਸੂਰਮਤਾਈ, ਸਹਿਣਸ਼ੀਲਤਾ, ਦ੍ਰਿੜਤਾ, ਸੋਚ ਆਚਰਤਾ, ਕਹਿਣੀ ਕਰਨੀ ਕਥਨੀ ਦਾ ਸੂਰਾ, ਵੰਡ ਛਕਣ ਵਾਲਾ, ਤਿਆਗੀ ਅਤੇ ਪਰਸਪਰ ਪਿਆਰ ਬਣਾਉਣ ਜਿਹੇ ਸ਼ੁਭ ਗੁਣਾਂ ਨੂੰ ਵਸਾਉਣ ਦੇ ਆਰ ਵਿੱਚ ਜੁਟ ਜਾਣ ਦਾ ਸੰਕਲਪ ਕਰੇ। ਜਨਮ ਦਿਨ ਦੀ ਖੁਸ਼ੀ ਵਿੱਚ ਭੰਗੜੇ ਪਾਉਣੇ, ਗੋਲੇ ਚਲਾਉਣੇ, ਹਰ ਪਾਸੇ ਹੰਕਾਰ ਦੀ ਪ੍ਰਦਰਸ਼ਨੀ ਕਰਕੇ ਹਾਜ਼ਰਾ ਹਜ਼ੂਰ ਸਤਿਗੁਰਾਂ ਦੇ ਫਰਮਾਨ ਜਨਮੇ ਕੋ ਬਾਜੇ ਵਾਧਾਏ, ਸੋਹਲੜੇ ਅਗਿਆਨੀ ਗਾਏ, ਜੋ ਜਨਮੇ ਤਿਸ ਸਰ ਪਰ ਮਰਣਾ, ਕਿਰਤ ਪਿਆ ਸਿਰ ਸਾਹਾ ਹੈ। ਪੰਨਾ 1032 ਦੀ ਖਿੱਲੀ ਉਡਾਉਣ ਦੀ ਭੁੱਲ ਹੋ ਰਹੀ ਹੁੰਦੀ ਹੈ। ਜਿਹੜਾ ਆਪਣਾ ਜਨਮ ਦਿਨ ਮਨਾਉਂਦਾ ਹੈ ਉਸ ਨੂੰ ਮਰਨ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਜੋ ਜਨਮੇ ਸੋ ਜਾਨੋ ਮੂਆ, ਪੰਨਾ 375। ਆਪਣਾ ਜਨਮ ਦਿਨ ਮਨਾਉਣ ਵਾਲੇ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੋ ਜਨਮੇ ਸੇ ਰੋਗ ਵਿਆਪੇ, ਹਉਮੈ ਮਾਇਆ ਦੁਖ ਸੰਤਾਪੇ, ਪੰਨਾ 352। ਜਿਸ ਜਨਮ ਦਿਨ ਨਾਲ ਇੰਨੇ ਰੋਗ ਚੰਬੜੇ ਹੋਏ ਹੋਣ ਉਸ ਨਾਲ ਜੁੜਨ ਦਾ ਕੀ ਲਾਭ। ਸੰਸਾਰ ਵਿੱਚ ਪ੍ਰਗਟ ਹੋਣ ਵਾਲਾ, ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਆਪਣੀ ਜ਼ਿੰਦਗੀ ਸਮਝਦਾ ਹੈ ਅਤੇ ਆਪਣੀ ਉਸ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਨੂੰ ਸਦੀਵੀ ਬਣਾਈ ਰੱਖਣ ਲਈ ਉਹਨਾਂ ਗੁਣਾਂ ਨੂੰ ਕੀਮਤੀ ਸਰਮਾਏ ਵਾਂਗ ਸੰਭਾਲੀ ਰੱਖਦਾ ਹੈ ਜਿਨ੍ਹਾਂ ਦੀ ਕਿਰਪਾ ਨਾਲ ਉਹ ਪ੍ਰਗਟ ਸੰਸਾਰ ਹੋਇਆ ਸੀ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ, ਪੰਨਾ 270। ਪਰ ਜਨਮ ਦਿਨ ਤੇ ਵਧਾਈਆਂ ਲੈਣ ਵਾਲਾ ਹੰਕਾਰੀ ਅਤੇ ਥੋਥਾ ਹੋਈ ਜਾਂਦਾ ਹੈ। ਇਸੇ ਕਰਕੇ ਹੀ ਪਰਮਾਤਮਾ ਕੀ ਮੌਜ ਨਾਲ ਪ੍ਰਗਟਿਆ ਖਾਲਸਾ ਨੂੰ ਵਿਪਰ ਦੀ ਕਰਾਮਾਤ ਨੇ ਜਨਮ ਹੋਇਆ ਪ੍ਰਚਾਰ ਕਰਕੇ ਖਾਲਸੇ ਨੂੰ ਔਜੜੇ ਪਾ ਦਿੱਤਾ। ਜਨਮ ਦਿਨ ਮਨਾਉਣ ਦੀਆਂ ਖੁਸ਼ੀਆਂ ਵਿੱਚ ਖਾਲਸਾ ਜੀ ਉਹਨਾਂ ਕਾਰਨਾਂ ਨੂੰ ਭੁੱਲ ਬੈਠੇ ਜਿਨ੍ਹਾਂ ਨੇ ਇਸ ਨੂੰ ਸੰਸਾਰ ਵਿੱਚ ਪ੍ਰਗਟ ਕੀਤਾ ਸੀ ਅਤੇ ਫਿਰ ਇਹ ਵੀ ਭੁੱਲ ਗਏ ਕਿ ਉਹਨਾਂ ਹੀ ਗੁਣਾਂ ਦੇ ਧਾਰਨੀ ਬਣੇ ਰਹਿ ਕੇ ਸੰਸਾਰ ਵਿੱਚ ਪ੍ਰਗਟ ਰਹਿਣਾ ਹੀ ਤੇਜ ਪ੍ਰਤਾਪ ਦੀ ਮਾਲਕੀ ਦਾ ਸਾਧਨ ਸੀ। ਜਨਮ ਦਿਨ ਦੀਆਂ ਖੁਸ਼ੀਆਂ ਦੇ ਢੋਲ ਢਮੱਕਿਆਂ, ਭੰਗੜਿਆਂ, ਵਧਾਈਆਂ ਦੇ ਲੈਣ ਦੇਣ ਦੇ ਸ਼ੋਰ ਸ਼ਰਾਬੇ ਵਿੱਚ ਹੰਕਾਰ ਨੇ ਅਸ਼ੋਪਲੇ ਹੀ ਆ ਡੇਰਾ ਲਾਇਆ ਅਤੇ ਹਉਮੈ ਨਾਵੇਂ ਨਾਲ ਵਿਰੋਧ ਹੈ ਅਤੇ ਫਿਰ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਪੰਨਾ 135। ਅਖੰਡ ਪਾਠਾਂ ਦੀਆਂ ਕਰਾਮਾਤ ਨਾਲ ਜੁੜ ਕੇ ਮੂਰਖਾਂ ਦੇ ਸੁਰਗਾਂ ਦੇ ਵਾਸੀ ਬਣ ਚੁੱਕੇ ਸਿੰਘ ਜੀ ਹੁਣ ਇਸ ਨਿਮਾਣੇ 70 72 ਬਿਰਧ ਦੀ ਦੁਹਾਈ ਕਿਵੇਂ ਸੁਣ ਲੈਣ। ਫਰੀਦਾ ਕੁਕੇਂਦਿਆਂ ਚਾਹ ਗੇਂਦਿਆਂ, ਮੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਉੰਝਾਇਆ ਸੇ ਕਿਤ ਫੇਰੇ ਚਿੱਤ, ਪੰਨਾ 1378। ਇਸ ਵਿਸ਼ੇ ਬਾਰੇ ਹੋਰ ਵੀ ਬੜੀ ਖੁੱਲੀ ਵਿਚਾਰ ਪੁਸਤਕ ਦੇ 5ਵੇਂ ਭਾਗ ਦੇ ਖੰਡੇ ਬਾਟੇ ਦਾ ਅੰਮ੍ਰਿਤ ਲੇਖ ਵਿੱਚ ਕੀਤੀ ਗਈ ਹੈ। ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ, ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਓ, ਅਗਨ ਸਾਗਰ ਤੇ ਕਾਂਢਿਆ ਪ੍ਰਭ ਜਲਨ ਬੁਝਾਈ, ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ, ਪੰਨਾ 814। ਸੰਨ 1469 ਤੋਂ 1699 ਆ ਚੁੱਕਾ ਸੀ। ਗੁਰਦੇਵ ਜੀ ਦਾ 10ਵਾਂ ਸਰੂਪ ਸੀ ਅਤੇ ਗੁਰੂ ਗੋਬਿੰਦ ਰਾਏ ਸੀ। ਕੁਰਬਾਨੀਆਂ ਭਰੀ ਲੰਬੀ ਸਾਧਨਾ ਦੁਆਰਾ ਦਿੱਤੀ ਜਾ ਰਹੀ ਨਿਰਾਲੇ ਗਿਆਨ ਦੀ ਸਿੱਖਿਆ ਪੂਰੀ ਹੋ ਚੁੱਕੀ ਅਨੁਭਵ ਕੀਤੀ ਗਈ। ਗੁਰਮਤਿ ਕਾਲਜ ਵਿੱਚ ਦਾਖਲ ਹੋਏ ਇਸ ਅਨੋਖੇ ਵਿਦਿਆਰਥੀ ਨੇ ਜਿਹੜੀ ਵਿਦਿਆ 2 ਸਾਲ ਤੋਂ ਵੱਧ ਸਮੇਂ ਵਿੱਚ ਹਾਸਲ ਕੀਤੀ ਸੀ ਉਸ ਦੀ ਪ੍ਰੀਖਿਆ ਦਾ ਸਮਾਂ ਆ ਗਿਆ। ਇਸ ਲਾਸਾਨੀ ਗੁਰੂ ਨੇ ਆਪਣੇ ਚੇਲੇ ਨੂੰ ਗੁਰਿਆਈ ਦਾ ਭਾਈਵਾਲ ਬਣਾ ਕੇ ਬੜੀ ਵੱਡੀ ਜ਼ਿੰਮੇਵਾਰੀ ਜੋ ਸੌਂਪਣੀ ਸੀ। ਪ੍ਰੀਖਿਆ ਲੈਣ ਵਾਸਤੇ ਪ੍ਰੀਖਿਆ ਪੱਤਰ ਤਿਆਰ ਕਰਨ ਦਾ ਢੰਗ ਵੀ ਨਿਆਰੇ ਗੁਰੂ ਦਾ ਨਿਆਰਾ ਹੀ ਸੀ। ਸਮੂਹ ਗੁਰ ਸੰਗਤ ਦੇ ਨਾਮ ਹੁਕਮਨਾਮੇ ਭੇਜੇ ਗਏ ਕਿ 1699 ਦੀ ਵਿਸਾਖੀ ਤੇ ਹੁਮ ਹੁਮਾ ਕੇ
ਆਨੰਦਪੁਰ ਸਾਹਿਬ ਪੁੱਜਿਆ ਜਾਵੇ। 29 ਮਾਰਚ 1699 ਸੰਮਤ 1756 ਬੁੱਧਵਾਰ ਦਾ ਦਿਨ ਸੀ। ਉੱਚੀ ਥਾਂ ਤੇ ਸ਼ਾਹਾਨਾ ਠਾਠ ਵਾਲਾ ਤੰਬੂ ਸਜਾਇਆ ਗਿਆ। ਨਾਲ ਹੀ ਬੜੀ ਸੁੰਦਰ ਸਟੇਜ ਸਜ ਰਹੀ ਸੀ। ਨਿਵਾਣ ਵਿੱਚ ਦੂਰ ਤਾਈਂ ਸਿੱਖ ਸ਼ਰਧਾਲੂਆਂ ਦਾ ਵਿਸ਼ਾਲ ਦਲ ਠਾਠਾਂ ਮਾਰ ਰਿਹਾ ਸੀ। ਆਪਣੇ ਪਿਆਰੇ ਦਸ਼ਮੇਸ਼ ਜੀ ਦੇ ਸਨੇਹ ਭਰੇ ਅਤੇ ਹਸੂ ਹਸੂ ਨੂਰਾਨੀ ਚਿਹਰੇ ਦੇ ਦਰਸ਼ਨਾਂ ਦੀ ਸਿੱਕ ਵਿੱਚ ਸਾਰੀ ਸੰਗਤ ਦੀਆਂ ਨਜ਼ਰਾਂ ਸਟੇਜ ਉੱਤੇ ਕੇਂਦਰਿਤ ਸਨ। ਅਚਾਨਕ ਬਿਜਲੀ ਦੇ ਲਿਸ਼ਕਾਰੇ ਵਾਂਗ ਕਲਗੀਧਰ ਜੀ ਸਟੇਜ ਉੱਤੇ ਪ੍ਰਗਟ ਹੋਏ। ਹੱਥ ਵਿੱਚ ਨੰਗੀ ਸ੍ਰੀ ਸਾਹਿਬ ਲਿਸ਼ਕਾਰੇ ਮਾਰ ਰਹੀ ਸੀ। ਅੱਜ ਇਲਾਹੀ ਮੁਖੜਾ ਹਸੂ ਹਸੂ ਨਹੀਂ ਸੀ ਕਰ ਰਿਹਾ, ਸਗੋਂ ਵੀਰ ਰਸ ਨਾਲ ਅਤੀ ਗੰਭੀਰ ਸੀ। ਭੰਗਾਣੀ ਦੇ ਯੁੱਧ ਵਿੱਚ ਭੀਮ ਚੰਦ ਨਾਲ ਜੂਝਦਿਆਂ ਵੀ ਨੂਰਾਨੀ ਚਿਹਰੇ ਦੀ ਡਿੱਠ ਅਜਿਹੀ ਗੰਭੀਰਤਾ ਵਾਲੀ ਨਹੀਂ ਸੀ। ਹਰ ਪਾਸੇ ਉਤਸੁਕਤਾ ਅਤੇ ਹੈਰਾਨੀ ਭਰੀ ਚੁੱਪ ਛਾ ਗਈ। ਅਚਨਚੇਤ ਸਟੇਜ ਉੱਤੋਂ ਗਰਜਨਾ ਸੁਣੀ ਗਈ, ਹੈ ਕੋਈ ਗੁਰੂ ਦਾ ਸਿੱਖ ਜੋ ਸਾਡੀ ਸ਼ਮਸ਼ੀਰ ਦੀ ਪਿਆਸ ਆਪਣੇ ਖੂਨ ਨਾਲ ਬੁਝਾ ਸਕੇ। ਭਿਆਨਕ ਚੁੱਪ ਵਰਤ ਗਈ। ਹੈ ਇਹ ਕਿਹੋ ਜਿਹਾ ਪ੍ਰੀਖਿਆ ਪੱਤਰ ਹੈ? ਅਜਿਹੀ ਗੁਰੂ ਦਸ਼ਨਾ ਵੀ ਭਲਾ ਕਦੇ ਕਿਸੇ ਗੁਰੂ ਨੇ ਮੰਗੀ ਹੈ? ਨਿਆਰੇ ਗੁਰੂ ਤੋਂ ਨਿਆਰਾ ਗਿਆਨ ਲੈ ਚੁੱਕੇ ਨਿਆਰੇ ਚੇਲੇ ਕੋਲੋਂ ਬੜੀ ਨਿਆਰੀ ਹੀ ਮੰਗ ਕੀਤੀ ਗਈ ਸੀ। ਇਹ ਚੁੱਪ ਵੀ ਫਿਰ ਅਚਨਚੇਤ ਹੀ ਟੁੱਟਦੀ ਲੋਕਾਂ ਨੇ ਸੁਣ ਲਈ। ਹੈਰਾਨ ਕਰਦਾ ਦੁਨੀਆ ਭਰ ਦੇ ਇਤਿਹਾਸਕਾਰਾਂ ਨੂੰ ਜਦ ਗਲ ਵਿੱਚ ਪੱਲਾ ਪਾਈ ਖੜਾ ਇੱਕ ਸਿੱਖ ਇਹ ਬਚਨ ਕਰਦਾ ਸੁਣਿਆ, ਪਾਤਸ਼ਾਹ ਜੀਓ, ਤੇਰਾ ਹੀ ਤੈਨੂੰ ਸੌਂਪਣ ਵਿੱਚ ਜੋ ਢਿੱਲ ਹੋਈ ਹੈ ਉਸ ਭੁੱਲ ਦੀ ਖਿਮਾ ਬਖਸ਼ੋ। ਇਸ ਨਿਮਾਣੇ ਸੀਸ ਦੀ ਭੇਟਾ ਕਬੂਲ ਕਰੋ। ਇਸ ਨੂੰ ਮਾਣ ਵਾਲਾ ਬਣਾ ਦੇਣ ਦੀ ਮਿਹਰ ਕਰੋ। ਗੁਰਦੇਵ ਜੀ ਨੇ ਸਿੱਖ ਨੂੰ ਤੰਬੂ ਦੇ ਅੰਦਰ ਨੂੰ ਧੂ ਖੜਿਆ। ਬਾਹਰ ਬੈਠੀ ਸੰਗਤ ਨੂੰ ਸਿੱਖ ਦੇ ਕਤਲ ਕੀਤੇ ਜਾਣ ਵਿੱਚ ਕੋਈ ਸ਼ੱਕ ਨਹੀਂ ਸੀ। ਤਲਵਾਰ ਲਹਿਰਾਉਂਦੇ ਹੋਏ ਗੁਰਦੇਵ ਜੀ ਸਟੇਜ ਤੇ ਮੁੜ ਪ੍ਰਗਟ ਹੋਏ। ਹੋਰ ਵੀ ਵੱਧ ਗਰਜਵੀਂ ਆਵਾਜ਼ ਵਿੱਚ ਹੋਰ ਸੀਸ ਦੀ ਮੰਗ ਕੀਤੀ ਗਈ। ਇਸ ਵਾਰੀ ਸਿੱਖ ਨੇ ਉੱਠਣ ਵਿੱਚ ਢਿੱਲ ਨਹੀਂ ਸੀ ਕੀਤੀ। ਉਸ ਨਾਲ ਵੀ ਉਵੇਂ ਹੀ ਵਾਪਰੀ। ਜਿਉਂ-ਜਿਉਂ ਸੀਸ ਦੀ ਮੰਗ ਕਰਨ ਦੇ ਵਤੀਰੇ ਵਿੱਚ ਸਖਤੀ ਵਧੀ, ਤਿਉਂ-ਤਿਉਂ ਸਿੱਖ ਦੇ ਹਿਰਦੇ ਵਿੱਚ ਸੀਸ ਭੇਟਾ ਕਰਨ ਦਾ ਉਤਸ਼ਾਹ ਦੂਣਾ ਚੌਣਾ ਹੁੰਦਾ ਗਿਆ। ਹਰ ਨਵਾਂ ਸਿੱਖ ਸੀਸ ਕਟਾਉਣ ਵਾਸਤੇ ਬੜੀ ਸੱਧਰ ਨਾਲ ਪੇਸ਼ ਹੋ ਰਿਹਾ ਸੀ। ਸਿੱਖ ਕਹਿ ਰਿਹਾ ਸੀ ਕਿ ਇਹ ਸਿਰ ਤਾਂ ਉਸ ਦਿਨ ਤੋਂ ਹੀ ਗੁਰੂ ਨਾਨਕ ਦੇਵ ਜੀ ਦਾ ਹੋ ਚੁੱਕਾ ਸੀ ਜਿਸ ਦਿਨ ਇਹ ਨਿਮਾਣਾ ਸਿਰ ਸਤਿਗੁਰਾਂ ਦੇ ਚਰਨਾਂ ਤੇ ਝੁਕਿਆ ਸੀ। ਗੁਰੂ ਦਰਬਾਰ ਵਾਲੀ ਗਲੀ ਵਿੱਚ ਤਾਂ ਅਸੀਂ ਬੜੇ ਹੀ ਸੀਸ ਨੂੰ ਤਲੀ ਤੇ ਰੱਖ ਕੇ ਸਾਂ। ਧੰਨ ਭਾਗ ਹਨ ਜੋ ਸੱਚੇ ਪਾਤਸ਼ਾਹ ਨੇ ਸਾਥੋਂ ਆਪਣੀ ਅਮਾਨਤ ਮੰਗੀ ਹੈ। ਸਿੱਖ ਆਪਣੀ ਵਾਰੀ ਦੀ ਉਡੀਕ ਬੜੀ ਤੀਬਰਤਾ ਭਰੀ ਸੱਧਰ ਨਾਲ ਕਰ ਰਿਹਾ ਸੀ, ਪਰ ਛੇਵੇਂ ਸਿੱਖ ਦੀ ਉਡੀਕ ਲੰਮੇਰੀ ਹੋ ਗਈ। ਤੰਬੂ ਦੇ ਬਾਹਰ ਤਾਂ ਸੀਸ ਭੇਟ ਕਰਨ ਵਾਲੇ ਸਿੱਖ ਦੀ ਉਤਸੁਕਤਾ ਵੱਧ ਰਹੀ ਸੀ, ਪਰ ਤੰਬੂ ਦੇ ਅੰਦਰ ਵਿਸਮਾਦੀ ਆਨੰਦ ਮਾਣਿਆ ਜਾ ਰਿਹਾ ਸੀ। ਗੁਰਦੇਵ ਜੀ ਦੇ ਨੇਤਰਾਂ ਵਿੱਚੋਂ ਖੁਸ਼ੀ ਡਲਕਾਂ ਮਾਰ ਰਹੀ ਸੀ। ਇਸ ਅਨੋਖੀ ਪ੍ਰੀਖਿਆ ਵਿੱਚੋਂ ਗੁਰੂ ਦਾ ਵਿਦਿਆਰਥੀ ਪੂਰੇ ਦੇ ਪੂਰੇ ਨੰਬਰ ਲੈ ਕੇ ਪਾਸ ਹੋ ਚੁੱਕਾ ਸੀ। ਕਰੀਬ 2.25 ਸਾਲ ਦੀ ਸਾਧਨਾ ਫਲੀ ਭੂਤ ਹੋਈ ਸੀ। ਗੁਰੂ ਦਾ ਸਿੱਖ ਅੱਗੇ ਚੱਲ ਕੇ ਸੌਂਪੀਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਸਕਣ ਦੀ ਯੋਗਤਾ ਵਾਲਾ ਸਿੱਧ ਹੋ ਚੁੱਕਾ ਸੀ। ਇਸ ਚਮਤਕਾਰੀ ਸਿੱਧੀ ਨੂੰ ਅਕਾਲ ਪੁਰਖ ਦੀ ਮਿਹਰ ਜਾਣ ਕੇ ਤੰਬੂ ਦੇ ਅੰਦਰ ਉਸ ਦਾ ਧੰਨਵਾਦ ਹੋ ਰਿਹਾ ਸੀ। ਦਸ਼ਮੇਸ਼ ਜੀ ਨੇ ਨਾਮ ਅੰਮ੍ਰਿਤ ਵਿੱਚ ਭਿੱਜੀ ਖੰਡੇ ਦੀ ਪੌਲ ਛਕਾ ਕੇ ਸੀਸ ਭੇਟ ਕਰਨ ਵਾਲੇ ਮਰਜੀਵੜੇ ਨੂੰ ਸਿੰਘ ਲਕਬ ਨਾਲ ਸ਼ਿੰਗਾਰਿਆ ਤੇ ਭਾਈ ਖਿਤਾਬ ਨਾਲ ਨਿਵਾਜ਼ਿਆ। ਦਇਆ ਰਾਮ ਤੋਂ ਭਾਈ ਦਇਆ ਸਿੰਘ, ਧਰਮ ਚੰਦ ਤੋਂ ਭਾਈ ਧਰਮ ਸਿੰਘ, ਹਿੰਮਤ ਰਾਏ ਤੋਂ ਭਾਈ ਹਿੰਮਤ ਸਿੰਘ, ਮੋਹਕਮ ਚੰਦ ਤੋਂ ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਚੰਦ ਤੋਂ ਭਾਈ ਸਾਹਿਬ ਸਿੰਘ 5 ਕਕਾਰਾਂ ਅਤੇ ਸਵੱਸ ਬਸਤਰਾਂ ਵਿੱਚ ਸਜਾ ਕੇ 5 ਪਿਆਰਿਆਂ ਨੂੰ ਸਟੇਜ ਤੇ ਲਿਆ ਖੜਾ ਕੀਤਾ। ਇਸ ਅਲੌਕਿਕ ਦ੍ਰਿਸ਼ ਨੂੰ ਦੇਖਦਿਆਂ ਹੀ ਸੰਗਤ ਨੇ ਗਗਨ ਮੰਡਲਾਂ ਨੂੰ ਕਾਂਬਾ ਛੇੜ ਦੇਣ ਵਾਲੇ ਜੈਕਾਰੇ ਗੂੰਜਾਏ। ਸੰਗਤਾਂ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ। ਆਪਣੇ ਚਿਤਵੇ ਹੋਏ ਪੂਰਨ ਮਨੁੱਖ, ਸੰਤ ਅਤੇ ਸੂਰਮੇ ਸਿਪਾਹੀ, ਸੁੱਚ ਆਚਾਰ ਦੇ ਨਮੂਨੇ ਆਪਣੇ ਖਾਲਸੇ ਨੂੰ ਪ੍ਰਗਟ ਰੂਪ ਵਿੱਚ ਤੱਕ ਕੇ ਗੁਰਦੇਵ ਜੀ ਨੇ ਇਸ ਨੂੰ ਪਰਮਾਤਮਾ ਦੀ ਆਪਣੀ ਮੌਜ ਦਾ ਕ੍ਰਿਸ਼ਮਾ ਫਰਮਾਇਆ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਸ ਸਿਧਾਂਤ ਦਾ ਜਨਮ
1469 ਵਿੱਚ ਹੋਇਆ ਸੀ, ਅਥਵਾ ਜਿਸ ਖਾਲਸੇ ਦਾ ਜਨਮ 15ਵੀਂ ਸਦੀ ਸਮੇਂ ਹੋਇਆ ਸੀ, ਅੱਜ ਉਹ ਭਰ ਜੋਬੰਦ ਸੀ। ਗੁਰੂ ਨਾਨਕ ਜੀ ਦਾ ਚਿਤਵਿਆ ਪੂਰਨ ਮਨੁੱਖ ਸਾਖਸ਼ਾਤ ਰੂਪ ਵਿੱਚ ਹੱਥ ਬੰਨੀ ਸਾਹਮਣੇ ਖੜਾ ਸੀ। ਇਸੇ ਦਿਨ ਦੀ ਉਡੀਕ ਵਿੱਚ ਤਾਂ ਗੁਰਦੇਵ ਜੀ ਕਾਇਆ ਪਲਟਦੇ ਆ ਰਹੇ ਸਨ। ਜੋਤ ਉਹਾ ਜੁਗਤ ਸਾਏ ਸ਼ਹ ਕਾਇਆ ਫਿਰ ਪਲਟੀਏ। ਪੰਨਾ 966। ਉਸ ਮਰਦ ਅਗਮੜੇ ਨੇ ਇੱਕ ਹੋਰ ਅਨੋਖੀ ਤੇ ਵਿਚਿੱਤਰ ਖੇਡ ਨਾਲ ਦੁਨੀਆ ਨੂੰ ਹੋਰ ਵੀ ਹੈਰਾਨ ਕਰ ਦਿੱਤਾ। ਜਿਨ੍ਹਾਂ ਨੂੰ ਆਪ ਨਿਵਾਜਿਆ ਸੀ, ਉਹਨਾਂ ਪੰਜਾਂ ਪਿਆਰਿਆਂ ਦੇ ਸਾਹਮਣੇ ਗੋਡਿਆਂ ਭਰਨੇ ਹੋ ਕੇ ਉਹਨਾਂ ਤੋਂ ਆਪ ਅੰਮ੍ਰਿਤਪਾਨ ਕੀਤਾ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਅਖਵਾਏ। ਅਜਿਹਾ ਕਰਨ ਵਿੱਚ ਵੱਡਾ ਭੇਦ ਇਹ ਸੀ ਕਿ ਦੂਜਿਆਂ ਨੂੰ ਖੰਡੇ ਬਾਟੇ ਦੀ ਪਹੁਲ ਛਕਾ ਕੇ ਸਿੰਘ ਸਜਾਉਣ ਦਾ ਅਧਿਕਾਰ ਆਪਣੇ ਨਿਵਾਜੇ ਪੰਜ ਪਿਆਰਿਆਂ ਨੂੰ ਬਖਸ਼ ਦਿੱਤਾ ਸੀ। ਜੇ ਮੈਂ ਇਹਨਾਂ ਪੰਜਾਂ ਕੋਲੋਂ ਖੰਡੇ ਬਾਟੇ ਦੀ ਪਹੁਲ ਛਕ ਸਕਦਾ ਹਾਂ ਤਾਂ ਇਹ ਪੰਜ ਪਿਆਰੇ ਸੰਸਾਰ ਦੇ ਕਿਸੇ ਵੀ ਪ੍ਰਾਣੀ ਨੂੰ ਸਿੰਘ ਸਜਾ ਸਕਦੇ ਹਨ। ਇਹ ਸੀ ਦਸ਼ਮੇਸ਼ ਜੀ ਦੀ ਅਦੁੱਤੀ ਦਾਤ ਆਪਣੇ ਪਿਆਰੇ ਖਾਲਸਾ ਜੀ ਨੂੰ। ਖਾਲਸੇ ਪ੍ਰਤੀ ਸ਼ਰਧਾ ਅਤੇ ਪਿਆਰ ਭਰੇ ਦਿਲ ਨੇ ਇੰਨਾ ਉਛਾਲਾ ਖਾਧਾ ਕਿ ਇਸ ਦੀ ਉਪਮਾ ਵਿੱਚ ਕਵਿਤਾ ਰੂਪ ਝਰਨਾ ਵਹਿ ਤੁਰਿਆ। ਵਣਗੀ ਵਜੋਂ ਕੁਝ ਸਤਰਾਂ ਇਸ ਪ੍ਰਕਾਰ ਹਨ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੂੰ ਨਿਵਾਸ। ਖਾਲਸਾ ਮੇਰੋ ਪਿੰਡ ਪਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਖਾਲਸੇ ਪ੍ਰਤੀ ਸ਼ਰਧਾ ਭਰਪੂਰ ਭਰੋਸੇ ਦਾ ਕੋਈ ਪਾਰਾਵਾਰ ਨਹੀਂ ਸੀ। ਇਸ ਨੂੰ ਸਤਿਗੁਰ ਪੂਰਾ ਆਖਣ ਤੇ ਵੀ ਗੁਰਦੇਵ ਜੀ ਦਾ ਦਿਲ ਨਹੀਂ ਸੀ ਰੱਜਿਆ। ਇੱਥੋਂ ਤੱਕ ਵੀ ਆਖ ਦਿੱਤਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਅੰਤਾਂ ਦਾ ਭਰੋਸਾ ਸੀ ਆਪਣੇ ਖਾਲਸੇ ਪ੍ਰਤੀ। ਜਿਸ ਤੇ ਭਰੋਸਾ ਨਾ ਹੋਵੇ ਉਸ ਨੂੰ ਭਲਾ ਕੋਈ ਆਪਣਾ ਪੁੱਤਰ ਵੀ ਬਣਾਉਂਦਾ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਪਹਿਲੇ ਕਾਂਡ ਦਾ ਤੀਜਾ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।